ਵਾਹਿਗੁਰੂ। ਗੁਰੂ ਨਾਨਕ ਪਾਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਗੁਰ ਅਮਰਦਾਸ ਹਿਰਦੈ ਨੇਤ ਧਿਆਨ ਹਿਰਦੈ ਨੇਤ ਧਿਆਨ ਸ੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨ ਕੇ ਨਾਸ਼ਕ ਬਿਗਨ ਕੇ ਨਾਸ਼ਕ ਸ਼੍ਰੀ ਹਰਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ ਨਾਮੋ ਕਰ ਜੋਰੇ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੁਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਤਰੋਂ ਤਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ।
ਬਿਗਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਵਿਨਾਸ਼ਨ ਸੋਇ। ਗੁਰ ਸੁਖ ਮਹਾਦੇਵ ਕਰ ਬਖਿਓ, ਸੁਨਿਓ ਸਰਵਣ ਦਾ ਸਭ ਦੁਰਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਸਤਿਗੁਰੂ, ਪੂਰੇ ਸਤਿਗੁਰੂ, ਮਹਾਨ ਸਤਿਗੁਰੂ, ਜਿਨ੍ਹਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਆਪ ਸਰਬੱਤ ਸਿੱਖ ਸੰਗਤਾਂ ਚੱਲ ਰਹੀ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਕਥਾ, ਜਿਸ ਦੇ ਮੁਤਲਕ ਕੱਲ੍ਹ ਦੀ ਦੀਵਾਨ ਵਿੱਚ ਇੱਥੋਂ ਤੱਕ ਆਪਾਂ ਗੁਰ ਇਤਿਹਾਸ ਸੁਣਿਆ ਹੈ ਕਿ ਬਾਬਾ ਪ੍ਰਿਥਵੀ ਚੰਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਡੇ ਭਰਾਤਾ, ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਅਤੇ ਨਾਲ ਇਹ ਕਿਹਾ ਵੀ ਜੋ ਤੁਸੀਂ ਮਾੜੇ ਕਰਮ ਕਰਦੇ ਹੋ ਉਹਨਾਂ ਨੂੰ ਛੱਡ ਦਿਓ, ਮਾੜਾ ਸੋਚਣਾ ਛੱਡ ਦਿਓ, ਮਾੜਾ ਕਰਨਾ ਛੱਡ ਦਿਓ। ਤੁਸੀਂ ਬਹੁਤ ਗਲਤ ਕੀਤਾ ਪਹਿਲਾਂ ਸਾਡੇ ਨਾਲ। ਪਰ ਉਲਟ ਬਾਬਾ ਪ੍ਰਿਥਵੀ ਚੰਦ ਸਤਿਗੁਰਾਂ ਨੂੰ ਧਮਕੀ ਦੇ ਕੇ ਕਿ ਮੈਂ ਤੁਹਾਨੂੰ ਪਰਿਵਾਰ ਸਮੇਤ ਸਾਰਿਆਂ ਨੂੰ ਮਾਰਾਂਗਾ, ਅਤੇ ਮੁੱਛਾਂ ਨੂੰ ਤਾ ਦਿੱਤਾ ਕਿ ਹੁਣ ਜੇ ਮੈਂ ਤੁਹਾਡੇ ਸਾਰੇ ਪਰਿਵਾਰ ਨੂੰ ਨਾ ਮਾਰਿਆ ਤਾਂ ਮੇਰਾ ਨਾਮ ਵਟਾ ਦਿਓ, ਮੈਨੂੰ ਪ੍ਰਿਥਵੀ ਚੰਦ ਨਾ ਕਹੋ। ਤੁਸੀਂ ਇੱਕ ਜ਼ਹਿਰੀਲੇ ਨਾਗ ਨੂੰ ਜਿਵੇਂ ਹੱਥ ਵਿੱਚ ਫੜ ਲਿਆ ਹੋਵੇ, ਤੁਸੀਂ ਜਿਵੇਂ ਸੁੱਤੇ ਸ਼ੇਰ ਨੂੰ ਜਗਾਇਆ ਹੋਵੇ, ਭਾਵ ਸੀ ਮੈਂ ਹੁਣ ਤੁਹਾਨੂੰ ਡੰਗ ਕੇ ਰਵਾਂਗਾ, ਤੁਹਾਨੂੰ ਮਾਰ ਕੇ ਰਵਾਂਗਾ। ਇੱਦਾਂ ਕਹਿੰਦਾ ਹੋਇਆ ਗੁੱਸੇ ਵਿੱਚ ਪ੍ਰਿਥਵੀ ਚੰਦ ਘਰ ਆਇਆ, ਆਪਣੀ ਘਰਵਾਲੀ ਨਾਲ ਸਲਾਹ ਮਸ਼ਵਰਾ ਕੀਤਾ ਕਿ ਅਰਜਨ ਦੇਵ ਨੇ ਸਾਡੇ ਬਾਰੇ ਸਾਰੇ ਲੋਕਾਂ ਨੂੰ ਦੱਸ ਦਿੱਤਾ ਹੈ, ਆਪਣਾ ਬਾਜ਼ ਉਗੜ ਗਿਆ ਹੈ, ਭੇਤ ਖੁੱਲ੍ਹ ਗਿਆ ਹੈ, ਪਤਾ ਲੱਗ ਗਿਆ ਵੀ ਅਸੀਂ ਸੱਪ ਸਪੇਰੇ ਨੂੰ ਦੇ ਕੇ ਭੇਜਿਆ, ਅਸੀਂ ਉਸ ਦਾਈ ਨੂੰ ਭੇਜਿਆ ਅਤੇ ਅਸੀਂ ਬ੍ਰਾਹਮਣ ਨੂੰ ਜ਼ਹਿਰ ਦੇ ਕੇ ਭੇਜਿਆ ਕਿ ਉਹ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਅਤੇ ਹਰਗੋਬਿੰਦ ਪਾਤਸ਼ਾਹ ਨੂੰ ਦੇ ਦੇਵੇ। ਹੁਣ ਜ਼ਿਆਦਾ ਸਮਾਂ ਸਾਡਾ ਇੱਥੇ ਰਹਿਣਾ ਠੀਕ ਨਹੀਂ ਹੈ। ਕਰਮੋ ਆਪਣੇ ਪੁੱਤ ਮਿਹਰਬਾਨ ਨੂੰ ਤਿਆਰ ਕਰ, ਆਪਾਂ ਹੁਣ ਦਿੱਲੀ ਵੱਲ ਨੂੰ ਰਵਾਨਾ ਹੋਣਾ ਹੈ। ਉੱਥੇ ਰਹਿ ਕੇ ਆਪਣਾ ਨਾਲੇ ਸਤਿਕਾਰ ਪਿਆਰ ਬਣਾਵਾਂਗੇ ਸੰਗਤਾਂ ਵਿੱਚ, ਨਾਲੇ ਦਿੱਲੀ ਤੋਂ ਸੁਲੀ ਖਾਨ ਦੀ ਮਦਦ ਲੈ ਕੇ ਬਾਦਸ਼ਾਹ ਜਹਾਂਗੀਰ ਤੱਕ ਪਹੁੰਚ ਕਰਕੇ ਅਤੇ ਫਿਰ ਅਰਜਨ ਦੇਵ ਦੇ ਪਰਿਵਾਰ ਨੂੰ ਮਰਵਾਵਾਂਗੇ। ਆਓ ਗੁਰੂ ਪਿਆਰਿਓ, ਆਪਾਂ ਦੇਖਿਆ ਕਿ ਪ੍ਰਿਥਵੀ ਚੰਦ ਆਪਣੀ ਘਰਵਾਲੀ ਬੀਬੀ ਕਰਮੋ ਨੂੰ, ਆਪਣੇ ਪੁੱਤਰ ਨੂੰ ਨਾਲ ਲੈ ਕੇ ਤਿਆਰੀ ਕਰ ਰਿਹਾ। ਬਾਬਾ ਮਹਾਦੇਵ ਜੀ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਵੱਡੇ ਨੇ ਅਤੇ ਬਾਬਾ ਪ੍ਰਿਥਵੀ ਚੰਦ ਤੋਂ ਛੋਟੇ ਨੇ, ਭਾਵ ਵਿਚਕਾਰਲੇ ਪੁੱਤਰ ਨੇ ਗੁਰੂ ਰਾਮਦਾਸ ਜੀ ਦੇ। ਉਹਨਾਂ ਨੂੰ ਜਿਉਂ ਹੀ ਪਤਾ ਲੱਗਿਆ ਵੀ ਬਾਬਾ ਪ੍ਰਿਥਵੀ ਚੰਦ ਭਾਵ ਮੇਰਾ ਵੱਡਾ ਭਰਾ ਛੱਡ ਕੇ ਚੱਲਿਆ ਘਰ, ਜਿਵੇਂ ਉਹ ਆਪਣੇ ਵੱਡੇ ਭਾਈ ਬਾਬਾ ਪ੍ਰਿਥਵੀ ਚੰਦ ਨੂੰ ਬਾਬਾ ਮਹਾਦੇਵ ਜੀ ਸਮਝਾਉਣ ਵਾਸਤੇ ਪਹੁੰਚੇ ਨੇ, ਸਮੇਂ ਨੇ ਆਪਣਾ ਡੰਕਾ ਵਜਾ ਦਿੱਤਾ ਸੀ। ਆਓ ਅਗਲੇਰਾ ਜਿਹੜਾ ਇਤਿਹਾਸ ਆਪਾਂ ਉਹ ਸਰਵਣ ਕਰਾਂਗੇ। ਬਾਬਾ ਮਹਾਦੇਵ ਜੀ ਜਿਵੇਂ ਪ੍ਰਿਥਵੀ ਚੰਦ ਨੂੰ ਸਮਝਾਉਣ ਵਾਸਤੇ ਉਹਨਾਂ ਦੇ ਘਰ ਗਏ, ਕਿ ਪ੍ਰਿਥਵੀ ਚੰਦ ਉਹਨਾਂ ਦਾ ਕਹਿਣਾ ਮੰਨਿਆ ਕਿ ਨਹੀਂ ਮੰਨਿਆ। ਵਿਚਾਰ ਦੀ ਰਮਤਾ ਤੋਂ ਪਹਿਲਾਂ ਸਾਰੇ ਹੀ ਅਦਬ ਸਤਿਕਾਰ ਆਪੋ ਆਪਣੀ ਹਾਜ਼ਰੀ ਭਰਦੇ ਹੋਏ, ਲਵਾਉਂਦੇ ਹੋਏ
ਪਿਆਰ ਵਿੱਚ ਭਿੱਜ ਕੇ ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬਾਬਾ ਮਹਾਦੇਵ ਜੀ ਪ੍ਰਿਥਵੀ ਚੰਦ ਦੇ ਘਰ ਗਏ, ਪ੍ਰਿਥਵੀ ਚੰਦ ਅੱਗੇ ਬੜੇ ਗੁੱਸੇ ਵਿੱਚ ਤਪਿਆ ਹੋਇਆ ਸੀ, ਅੱਖਾਂ ਲਾਲ ਸੀ। ਤੇ ਦੂਸਰੀ ਗੱਲ ਕਿ ਉਹ ਮਹਾਦੇਵ ਜੀ ਦੇ ਵੱਡੇ ਭਰਾ ਸਨ। ਬਾਬਾ ਮਹਾਦੇਵ ਨੇ ਦੇਖਿਆ ਕਿ ਮੇਰਾ ਵੱਡਾ ਭਰਾ ਬੜੇ ਗੁੱਸੇ ਵਿੱਚ ਹੈ, ਅੱਖਾਂ ਲਾਲ ਹਨ। ਤੇ ਇਸ ਨੂੰ ਸਮਝਾਉਣਾ ਜਾਂ ਗੱਲ ਕਰਨੀ ਹੁਣ ਕੋਈ ਸੌਖੀ ਗੱਲ ਨਹੀਂ। ਮੈਂ ਕਈ ਵਾਰ ਬੇਨਤੀ ਕੀਤੀ, ਬੰਦਾ ਗੁੱਸੇ ਵਿੱਚ ਹੋਵੇ ਜਾਂ ਉਹਦਾ ਸੁਭਾਅ ਉਦੋਂ ਬਦਲਿਆ ਹੋਵੇ, ਆਪਾਂ ਕਹਿੰਦੇ ਭਾਈ ਅਜੇ ਗੱਲ ਨਾ ਕਰੀ, 2 ਘੜੀਆਂ ਘੰਟਾ ਠਹਿਰ ਜੀ, ਅਜੇ ਬੜਾ ਗੁੱਸਾ ਹੈ, ਕਿਤੇ ਸਾਹਮਣੇ ਨਾ ਚੱਲ ਜੀ। ਹੋ ਸਕਦਾ ਜਿਹੜਾ ਤੇਰਾ ਕੰਮ ਬਣਨਾ ਉਹ ਵੀ ਨਾ ਬਣੇ। ਪਰ ਬਾਬਾ ਮਹਾਦੇਵ ਤੇ ਉਡੀਕ ਨਹੀਂ ਕਰ ਸਕਦੇ। ਜੇ ਉਡੀਕਦੇ ਤੇ ਉਨੀ ਦੇਰ ਨੂੰ ਤੇ ਚਲੇ ਜਾਣਾ ਸੀ ਪ੍ਰਿਥਵੀ ਚੰਦ। ਪਰ ਪ੍ਰਿਥਵੀ ਚੰਦ ਬੜੇ ਗੁੱਸੇ ਵਿੱਚ ਸੀ। ਜਦੋਂ ਬਾਬਾ ਮਹਾਦੇਵ ਜੀ ਗਏ, ਉਹਨਾਂ ਨੇ ਦੇਖਿਆ ਵੀ ਮੇਰੇ ਭਰਾ ਦੀਆਂ ਅੱਖਾਂ ਲਾਲ ਹੈ, ਗੁੱਸੇ ਵਿੱਚ ਹੈ, ਤੇ ਕਾਹਲੀ ਨਾਲ ਕਹਿ ਰਿਹਾ ਵੀ ਚਲੋ ਚਲੋ ਰੱਦੋ ਸਮਾਨ। ਮਹਾਦੇਵ ਜੀ ਨੇ ਬੜੇ ਸਹਿਜ ਦੇ ਨਾਲ ਨਿਮਰਤਾ ਵਿੱਚ ਜਾ ਕੇ ਆਪਣੇ ਭਰਾ ਨੂੰ ਸਭ ਤੋਂ ਪਹਿਲਾਂ ਨਮਸਕਾਰ ਕੀਤੀ ਹੈ। ਤੇ ਗੁਰਮੁਖ ਪਿਆਰਿਓ, ਜਦੋਂ ਜਾ ਕੇ ਉਹਨਾਂ ਨੇ ਨਮਸਕਾਰ ਕੀਤੀ, ਬਾਬਾ ਮਹਾਦੇਵ ਦੇ ਮਨ ਦੇ ਵਿੱਚ ਵੀ ਕਈ ਵਿਚਾਰਾਂ ਆ ਰਹੀਆਂ। ਬਾਬਾ ਪ੍ਰਿਥਵੀ ਚੰਦ ਦੇ ਮਨ ਦੇ ਵਿੱਚ ਤੇ ਅੱਗੇ ਘੁੰਮਣ ਘੇਰੀ ਇੱਕ ਵਹਿਣ ਚੱਲ ਰਿਹਾ, ਤੇ ਲੋਕ ਵੀ ਕਹਿ ਰਹੇ ਸੀ ਜੋ ਕਿ ਮਹਾਦੇਵ ਜੀ ਨੇ ਸੁਣਿਆ ਸੀ। ਪਰ ਇਸ ਘੁੰਮਣ ਘੇਰੀ ਨੂੰ ਜੋ ਵਿਚਾਰਾਂ ਦੀ ਚੱਲ ਰਹੀ ਹੈ ਹਨੇਰੀ, ਉਸ ਨੂੰ ਸ਼ਾਂਤ ਕਰਨਾ, ਆਪਣੇ ਭਰਾ ਨੂੰ ਸਮਝਾਉਣਾ, ਇਹ ਕੋਈ ਆਮ ਗੱਲ ਨਹੀਂ ਸੀ। ਉੱਥੇ ਇੱਥੋਂ ਜਾਣ ਵਾਸਤੇ ਤਿਆਰ ਹੋ ਰਿਹਾ ਸੀ, ਬੜਾ ਗੁੱਸੇ ਵਿੱਚ ਸੀ ਅਤੇ ਬੜੀ ਕਾਹਲੀ ਵਿੱਚ ਸੀ। ਭਾਵੇਂ ਕੁਝ ਵੀ ਸੀ, ਭਾਵੇਂ ਉਹ ਕਾਹਲੀ ਵਿੱਚ ਸੀ, ਭਾਵੇਂ ਉਹ ਗੁੱਸੇ ਦੇ ਵਿੱਚ ਸੀ, ਭਾਵੇਂ ਉਹ ਮਹਾਦੇਵ ਤੋਂ ਵੱਡਾ ਸੀ, ਪਰ ਫਿਰ ਵੀ ਬਾਬਾ ਮਹਾਦੇਵ ਜੀ ਨੇ ਉਸ ਸਮੇਂ ਬੜੀ ਨਿਮਰਤਾ ਦੇ ਨਾਲ ਇਸ ਸਮੇਂ ਨੂੰ ਸੰਭਾਲਦਿਆਂ ਹੋਇਆਂ ਕਿ ਜੇ ਪ੍ਰਿਥਵੀ ਚੰਦ ਦਿੱਲੀ ਗਿਆ ਜਾਂ ਬਾਦਸ਼ਾਹ ਦੇ ਕੋਲ ਚਲੇ ਗਿਆ, ਕੀ ਅੱਗੇ ਪੁਆੜਾ ਪਏਗਾ, ਕੀ ਬਖਾਂਦ ਖੜਾ ਹੋ ਜਾਏਗਾ, ਇਹ ਸਾਰਾ ਕੁਝ ਜਾਂਚਦਿਆਂ ਭਾਂਪਦਿਆਂ ਹੋਇਆਂ ਬੜੀ ਹਲੀਮੀ ਦੇ ਨਾਲ, ਬੜੀ ਨਿਮਰਤਾ ਦੇ ਨਾਲ, ਅੱਖਾਂ ਨੀਵੀਆਂ ਕਰਕੇ ਆਪਣੇ ਭਰਾ ਦੇ ਕੋਲ ਗਏ। ਦੋਨੋਂ ਹੱਥ ਜੋੜ ਕੇ, ਸਿਰ ਝੁਕਾ ਕੇ ਨਮਸਕਾਰ ਕਰਦਿਆਂ ਬੇਨਤੀ ਕੀਤੀ, ਭਾਵੇਂ ਕਿ ਬਾਬਾ ਮਹਾਦੇਵ ਜੀ ਨੂੰ ਪਤਾ ਲੱਗ ਗਿਆ ਸੀ ਵੀ ਇਹ ਦਿੱਲੀ ਚੱਲੇ ਨੇ, ਪਰ ਫਿਰ ਵੀ ਉਹਨਾਂ ਨੇ ਆਖਿਆ, ਭਰਾਤਾ ਜੀ, ਵੱਡੇ ਵੀਰ ਬਾਬਾ ਪ੍ਰਿਥਵੀ ਚੰਦ ਜੀ, ਕਿੱਧਰ ਤਿਆਰੀ ਕਰ ਰਹੇ ਹੋ? ਤੁਸੀਂ ਜੇ ਸਮਾਨ ਲਿਜਾ ਰਹੇ ਹੋ, ਤੁਹਾਡਾ ਪਰਿਵਾਰ ਵੀ ਤਿਆਰ ਆ, ਤੁਸੀਂ ਵੀ ਤਿਆਰ ਹੋ, ਤੇ ਮੈਨੂੰ ਦੱਸਿਆ ਨਹੀਂ ਤੁਸੀਂ ਕਿੱਥੇ ਜਾ ਰਹੇ ਹੋ ਜੀ?
ਮੈਂ ਵੀਰ ਜੀ ਦੇਖ ਰਿਹਾ ਤੁਸੀਂ ਤੇ ਘਰ ਦੀਆਂ ਵਸਤੂਆਂ, ਕੱਪੜੇ, ਬਸਤਰ, ਭਾਂਡੇ ਇੱਦਾਂ ਬਣਾ ਰਹੇ ਹੋ ਪੰਡਾਂ ਦੇ ਵਿੱਚ, ਇੱਦਾਂ ਗੱਡਿਆਂ 'ਤੇ ਲਦਵਾ ਰਹੇ ਹੋ ਵੀ ਜਿਵੇਂ ਤੁਸੀਂ ਦੁਬਾਰਾ ਆਉਣਾ ਹੀ ਨਹੀਂ ਹੈ। ਸਤਿਨਾਮ ਵਾਹਿਗੁਰੂ। ਇਹਦਾ ਭਾਵ ਤੁਸੀਂ ਪੱਕੇ ਤੌਰ 'ਤੇ ਜਾ ਰਹੇ ਹੋ, ਤੇ ਕਿੱਥੇ ਜਾ ਰਹੇ ਹੋ? ਤੁਹਾਡੀ ਤਿਆਰੀ ਤੋਂ ਪਤਾ ਲੱਗ ਰਿਹਾ ਵੀ ਤੁਸੀਂ ਜਿਵੇਂ ਵਾਪਸ ਨਹੀਂ ਆਉਣਾ ਹੁੰਦਾ। ਕਮ ਸੇ ਕਮ ਮੈਨੂੰ ਦੱਸ ਤੇ ਦਿਓ। ਤੇ ਨਾਲੇ ਮੈਨੂੰ ਇਹ ਦੱਸੋ ਵੀ ਕੀ ਕਾਰਨ ਹੋਇਆ, ਤੁਹਾਡੇ ਨਾਲ ਕੋਈ ਝਗੜਾ ਹੋਇਆ, ਕਿਸੇ ਨੇ ਤੁਹਾਨੂੰ ਛੱਡਣ ਵਾਸਤੇ ਕਿਹਾ? ਕਿੱਥੇ ਚੱਲੇ ਹੋ? ਮੈਨੂੰ ਬਿਲਕੁਲ ਨਹੀਂ ਪਤਾ। ਮੈਨੂੰ ਪ੍ਰਿਥਵੀ ਚੰਦ ਭਾਜੀ ਦੱਸਣਾ ਕਰੋ ਜੀ। ਬਾਬਾ ਮਹਾਦੇਵ ਜੀ ਉਹਨਾਂ ਦੇ ਪੁੱਛਣ ਤੇ ਪ੍ਰਿਥਵੀ ਚੰਦ ਕਹਿਣ ਲੱਗਾ ਵੀ ਮੈਂ ਚੱਲਿਆ ਜੀ ਦਿੱਲੀ। ਉੱਥੋਂ ਫਿਰ ਜਾ ਕੇ ਅੱਗੇ ਬਾਦਸ਼ਾਹ ਜਹਾਂਗੀਰ ਨੂੰ ਮਿਲਾਂਗਾ। ਜਹਾਂਗੀਰ ਨੂੰ ਮਿਲ ਕੇ ਤੇ ਅੱਗੇ ਮੈਂ ਆਪਣੇ ਛੋਟੇ ਦਾ ਅਰਜਨ ਦੇਵ ਦਾ ਪ੍ਰਬੰਧ ਕਰਨਾ ਹੈ। ਤੇ ਮੈਂ ਇਹਦੇ ਭਾਵ ਅਰਜਨ ਦੇਵ ਦੇ ਘਰ ਫੌਜ ਭੇਜਣੀ ਹੈ ਪਕੜਨ ਵਾਸਤੇ, ਇਹਨਾਂ ਦੇ ਪਰਿਵਾਰ ਨੂੰ ਮਾਰਨ ਵਾਸਤੇ। ਇਸ ਕਰਕੇ ਮੈਨੂੰ ਦਿੱਲੀ ਜਾਣਾ ਪੈਣਾ ਹੈ, ਪਰਿਵਾਰ ਵੀ ਮੇਰਾ ਨਾਲ ਜਾਏਗਾ। ਉੱਥੇ ਅਸੀਂ ਆਪਣੇ ਦਿਲ ਦੀ ਗੱਲ ਜਿਹੜੀ ਹੈ ਬਾਦਸ਼ਾਹ ਨੂੰ ਦੱਸਾਂਗੇ। ਮੈਂ ਆਪਣਾ ਪਰਿਵਾਰ, ਘਰ ਵਾਲੀ ਤੇ ਪੁੱਤਰ ਨੂੰ ਲੈ ਚੱਲਿਆ, ਤੇ ਅਰਜਨ ਦੇਵ ਦਾ ਜਿਹੜਾ ਪਰਿਵਾਰ ਹੈ, ਘਰ ਵਾਲੀ ਤੇ ਪੁੱਤ ਸਮੇਤ ਅਰਜਨ ਦੇ, ਉਹ ਆਪੇ ਫੌਜਾਂ ਨੇ ਪਕੜ ਕੇ ਉੱਥੇ ਲੈ ਆਉਣਾ ਹੈ। ਮੈਂ ਲੈ ਚੱਲਿਆ ਤੇ ਛੋਟੇ ਭਰਾ ਅਰਜਨ ਦੇਵ ਦਾ ਜਿਹੜਾ ਪਰਿਵਾਰ ਹੈ ਉਹ ਫੌਜ ਨੇ ਪਕੜ ਕੇ ਉੱਥੇ ਲੈ ਆਉਣਾ ਹੈ। ਜਦੋਂ ਫਿਰ ਫੌਜ ਆਏਗੀ, ਅਰਜਨ ਨੂੰ, ਘਰ ਵਾਲੀ ਨੂੰ, ਉਹਦੇ ਪੁੱਤਰ ਹਰਗੋਬਿੰਦ ਨੂੰ, ਸਾਰੇ ਪਰਿਵਾਰ ਨੂੰ ਉੱਥੇ ਲੈ ਕੇ ਜਾਣਗੇ, ਕੈਦ ਵਿੱਚ ਪਾਉਣਗੇ, ਸਜ਼ਾਵਾਂ ਦੇਣਗੇ, ਤੇ ਜੋ ਮੇਰੇ ਮਨ ਦੀਆਂ ਉਹ ਮੈਂ ਆਸਾਂ ਪੂਰੀਆਂ ਕਰਾਂਗਾ। ਫਿਰ ਪੁੱਛਾਂਗਾ ਵੀ ਗੁਰੂ ਮੈਂ ਮੰਨਣਾ ਕਿ ਤੂੰ ਮੰਨਣਾ? ਆਹ ਮੇਰਾ ਪਲਾਨ ਹੈ, ਆਹ ਮੇਰੀ ਵਿਚਾਰ ਹੈ। ਇਸ ਕਰਕੇ ਅੱਜ ਮੈਂ ਇਹ ਅੰਮ੍ਰਿਤਸਰ ਛੱਡ ਕੇ ਇਹ ਜਿਹੜਾ ਇਲਾਕਾ ਹੈ ਦਿੱਲੀ ਨੂੰ ਜਾਣਾ ਹੈ। ਗੁਰਮੁਖ ਪਿਆਰਿਓ, ਬਾਬਾ ਮਹਾਦੇਵ ਜੀ ਜਿਹੜੇ ਵਿਚਕਾਰਲੇ ਭਰਾਤਾ ਸਨ, ਉਹ ਕਹਿਣ ਲੱਗੇ ਪ੍ਰਿਥਵੀ ਚੰਦ ਜੀ ਤੁਸੀਂ ਵੱਡੇ ਭਰਾ ਹੋ, ਪਰ ਮੈਨੂੰ ਖਿਮਾ ਕਰਿਓ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ। ਵੈਸੇ ਮੈਂ ਛੋਟਾ ਤੁਹਾਨੂੰ ਕਹਿ ਤਾਂ ਨਹੀਂ ਸਕਦਾ, ਪਰ ਮੈਂ ਤੁਹਾਨੂੰ ਬੇਨਤੀ ਕਰਾਂ, ਤੁਸੀਂ ਵੱਡੇ ਹੋ, ਮੇਰੇ ਨਾਲੋਂ ਵੀ ਵੱਡੇ ਹੋ, ਤੇ ਤੁਸੀਂ ਅਰਜਨ ਦੇਵ ਦੇ ਨਾਲੋਂ ਵੱਡੇ ਹੋ, ਪਰ ਅਸੀਂ ਤੁਹਾਡੇ ਦੋਨੋਂ ਹੀ ਭਰਾ ਲੱਗਦੇ ਹਾਂ। ਫਿਰ ਤੁਸੀਂ ਉਮਰ ਵਿੱਚ ਵੀ ਵੱਡੇ ਤੇ ਮੱਤ ਕਰਕੇ ਵੀ ਵੱਡੇ, ਅਸੀਂ ਉਮਰ ਕਰਕੇ ਵੀ ਛੋਟੇ ਤੇ ਅਕਲ ਕਰਕੇ ਵੀ ਛੋਟੇ। ਤੁਸੀਂ ਬਹੁਤ ਸਿਆਣੇ ਹੋ। ਮੈਂ ਤੇ ਇਹ ਕਹਾਂਗਾ ਪ੍ਰਿਥਵੀ ਚੰਦ ਜੀ ਤੁਸੀਂ ਸਾਡੇ ਪਿਤਾ ਸਮਾਨ ਹੋ। ਗੁਰੂ ਰਾਮਦਾਸ ਜੀ ਪਿਤਾ ਸਾਡੇ ਸਿਰ ਤੇ ਨਹੀਂ ਹਨ। ਤੇ ਘਰ ਵਿੱਚ ਕੋਈ ਵੱਡਾ ਭਰਾ ਹੋਵੇ, ਪਿਤਾ ਹੋਵੇ, ਕੋਈ ਵੱਡੀ ਭੈਣ ਹੋਵੇ,
ਤੇ ਉਹ ਘਰ ਵਿੱਚ ਸਾਰਿਆਂ ਨੂੰ ਸੰਭਾਲਦੇ ਨੇ, ਸਮੇਂ ਸਮੇਂ 'ਤੇ ਉਹਨਾਂ ਦੀ ਰੱਖਿਆ ਵੀ ਕਰਦੇ, ਦੇਖਭਾਲ ਵੀ ਕਰਦੇ, ਉਹਨਾਂ ਦਾ ਹਾਲ ਚਾਲ ਵੀ ਪੁੱਛਦੇ ਹਨ। ਪਿਤਾ ਜੀ ਦੇ ਜਾਣ ਤੋਂ ਬਾਅਦ ਤੁਸੀਂ ਸਾਡੇ ਪਰਿਵਾਰ ਵਿੱਚ ਵੱਡੇ ਹੋ, ਤੇ ਤੁਹਾਡਾ ਫਰਜ਼ ਵੀ ਬਣਦਾ ਛੋਟਿਆਂ ਦਾ ਖਿਆਲ ਰੱਖਣਾ, ਉਹਨਾਂ ਦਾ ਹਾਲ ਚਾਲ ਪੁੱਛਣਾ, ਦੇਖ ਦੇਖ ਕਰਨੀ। ਜੇ ਤੁਸੀਂ ਭਰਾਤਾ ਜੀ ਦਿੱਲੀ ਚਲੇ ਗਏ, ਅਸੀਂ ਦੋਨੋਂ ਛੋਟੇ ਹਾਂ, ਅਸੀਂ ਤੁਹਾਨੂੰ ਆਪਣੇ ਪਿਤਾ ਜੀ ਦੇ ਸਮਾਨ ਸਮਝਦੇ ਹਾਂ। ਅਸੀਂ ਤੁਹਾਨੂੰ ਪਿਤਾ ਦੇ ਸਮਾਨ ਹੀ ਸਮਝਦੇ ਹਾਂ, ਵੱਡੇ ਹੋ ਨਾ ਤੁਸੀਂ, ਅਕਲ ਕਰਕੇ ਵੀ, ਉਮਰ ਕਰਕੇ ਵੀ। ਤੇ ਤੁਹਾਡਾ ਤੇ ਇੱਦਾਂ ਨਹੀਂ ਫਰਜ਼ ਬਣਨਾ, ਤੁਹਾਡਾ ਤੇ ਕਰਤੱਵ ਨਹੀਂ ਚਾਹੀਦਾ ਵੀ ਤੁਸੀਂ ਸਾਨੂੰ ਛੱਡ ਕੇ ਚਲੇ ਜਾਓ। ਨਾ ਤੁਸੀਂ ਮੇਰੇ ਨਾਲ ਸਲਾਹ ਕੀਤੀ, ਨਾ ਮੈਨੂੰ ਦੱਸਿਆ, ਨਾ ਮੈਨੂੰ ਪੁੱਛਿਆ ਹੈ। ਫਿਰ ਦੂਸਰੀ ਗੱਲ, ਤੁਸੀਂ ਜਾ ਕੇ ਉੱਥੇ ਫਰਿਆਦੀ ਬਣ ਕੇ ਜਾਓਗੇ, ਪੁਕਾਰ ਜਾ ਕੇ ਕਰੋਗੇ ਸਮੇਂ ਦੇ ਬਾਦਸ਼ਾਹ ਦੇ ਕੋਲ। ਇਹ ਵੀ ਗੱਲ ਤੁਹਾਡੇ ਵਾਸਤੇ ਚੰਗੀ ਨਹੀਂ ਹੈ। ਇਹ ਗੱਲ ਵੱਖਰੀ ਹੈ ਵੀ ਚਲੋ ਪਿਤਾ ਜੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਮੈਨੂੰ ਛੱਡ, ਤੈਨੂੰ ਛੱਡ ਕੇ ਛੋਟੇ ਭਰਾਤਾਂ ਨੂੰ, ਅਰਜਨ ਦੇਵ ਨੂੰ ਯੋਗ ਜਾਣ ਕੇ ਤੇ ਗੁਰਤਾ ਗੱਦੀ ਦੇ ਦਿੱਤੀ ਹੈ। ਪਰ ਪ੍ਰਿਥਵੀ ਚੰਦ ਭਰਾ ਜੀ, ਤੁਸੀਂ ਥੋੜ੍ਹਾ ਜਿਹਾ ਸਹਿਜ ਦੇ ਨਾਲ, ਹੌਸਲੇ ਦੇ ਨਾਲ ਸੋਚੋ ਧੀਰਜ ਕਰਕੇ ਕਿ ਪਿਤਾ ਜੀ ਨੇ ਬਿਠਾਇਆ ਹੈ, ਨਾ ਤੁਸੀਂ ਬਿਠਾਇਆ ਤੇ ਨਾ ਮੈਂ ਬਿਠਾਇਆ, ਨਾ ਤੀਸਰੇ ਬੰਦੇ ਨੇ ਬਿਠਾਇਆ। ਜਿਵੇਂ ਪਿਤਾ ਗੁਰੂ ਰਾਮਦਾਸ ਜੀ ਨੂੰ ਚੰਗਾ ਲੱਗਿਆ ਜਾਂ ਛੋਟਾ ਭਰਾ ਜੋਗ ਜਾਪਿਆ ਸੀ, ਸੋ ਪਿਤਾ ਜੀ ਨੇ ਫੈਸਲਾ ਵਿਚਾਰ ਕੀਤੀ ਹੋਏਗੀ, ਉਹਨਾਂ ਨੂੰ ਯੋਗ ਜਾਣ ਕੇ ਤੇ ਬਿਠਾ ਦਿੱਤਾ। ਇਹਦੇ ਵਿੱਚ ਝਗੜੇ ਵਾਲੀ ਗੱਲ ਕਿਹੜੀ ਹੈ? ਮੈਨੂੰ ਵੀ ਛੱਡਿਆ, ਤੁਹਾਨੂੰ ਵੀ ਛੱਡ ਦਿੱਤਾ, ਤੇ ਛੋਟੇ ਭਰਾ ਨੂੰ ਉਹਨਾਂ ਨੇ ਬਿਠਾ ਦਿੱਤਾ, ਤੇ ਪਿਤਾ ਜੀ ਦਾ ਆਪਣਾ ਵਿਚਾਰ ਸੀ। ਮੈਂ ਵੀ ਜਾਣਦਾ, ਤੁਸੀਂ ਵੀ ਜਾਣਦੇ ਹੋ, ਸਾਰੀ ਸੰਗਤ ਨੂੰ ਪਤਾ ਹੈ। ਮੈਂ ਤੇ ਚਾਹੁੰਦਾ ਵੀ ਤੁਸੀਂ ਇੱਥੋਂ ਨਾ ਜਾਓ ਤੇ ਨਾ ਹੀ ਉੱਥੋਂ ਫੌਜਾਂ ਲਿਆਓ, ਸਗੋਂ ਤੁਹਾਡੇ ਵਾਸਤੇ ਇਹ ਬਣ ਆਉਣਾ ਚਾਹੀਦਾ ਹੈ ਸੰਗਤਾਂ ਦੇ ਨਾਲ, ਮਸੰਦਾਂ ਦੇ ਨਾਲ, ਜਿੰਨੇ ਵੀ ਹੋਰ ਗੁਰੂ ਘਰ ਦੀ ਨੇੜਤਾ ਰੱਖਣ ਵਾਲੇ ਨੇ, ਉਹਨਾਂ ਦੇ ਨਾਲ ਘੁਲੋ ਮਿਲੋ, ਰਲ ਕੇ ਚੱਲੋ। ਇਹਦੇ ਵਿੱਚ ਹੀ ਪਿਤਾ ਗੁਰੂ ਰਾਮਦਾਸ ਜੀ ਦਾ ਸਤਿਕਾਰ ਹੈ, ਇਹਦੇ ਵਿੱਚ ਹੀ ਸਾਡੇ ਭਰਾ ਦਾ ਸਤਿਕਾਰ ਹੈ, ਨਾਲੇ ਪਰਿਵਾਰ ਆਪਣਾ ਇੱਕ ਮਿੱਕ ਰਹੇਗਾ, ਕੋਈ ਲੜਾਈ ਝਗੜਾ ਨਹੀਂ ਹੋਏਗਾ। ਜੇ ਤੁਹਾਡੇ ਨਾਲ ਅਰਜਨ ਦੇਵ ਜਾਂ ਤੁਸੀਂ ਅਰਜਨ ਦੇਵ ਪਾਤਸ਼ਾਹ ਦੇ ਨਾਲ ਲੜੇ ਹੋ, ਭਰਾਤਾ ਹੈ ਤੁਹਾਡਾ, ਤੇ ਆਓ ਮੈਂ ਤੁਹਾਨੂੰ ਨਾਲ ਲੈ ਕੇ ਜਾਂਦਾ, ਮੈਂ ਵੀ ਭਰਾ ਵਾਂ, ਮੇਰੀ ਕਿਉਂ ਨਹੀਂ ਮੰਨੇਗਾ ਗੁਰੂ ਅਰਜਨ ਦੇਵ? ਨਾਲੇ ਆਪਣੇ ਭਰਾਵਾਂ ਦਾ ਮਸਲਾ ਹੈ, ਆਓ ਮੇਰੇ ਨਾਲ, ਰੱਖੋ ਇਹ ਸਮਾਨ। ਤੇ 2 ਮਿੰਟ ਦੀ ਗੱਲ ਹੈ, ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਜਾਣਾ ਅਰਜਨ ਦੇਵ ਸਤਿਗੁਰਾਂ ਦੇ ਕੋਲ। ਕੀ ਤੁਸੀਂ ਆਪਣੇ ਪਿਤਾ ਜੀ ਦੇ ਵਾਕ ਬਚਨ ਨਹੀਂ ਮੰਨਦੇ? ਕਿਉਂਕਿ ਪਿਤਾ ਜੀ ਨੇ ਤੇ ਛੋਟੇ ਨੂੰ ਭਾਇਆ ਹੋਇਆ, ਗੁਰਤਾ ਗੱਦੀ ਤੇ ਗੁਰੂ ਬਣਾਇਆ। ਤੇ ਜੇ ਆਪਾਂ ਹੁਣ ਪਿਤਾ ਜੀ ਦੇ ਜਾਣ ਤੋਂ ਬਾਅਦ ਛੋਟੇ ਨਾਲ ਲੜਦੇ ਹਾਂ, ਅਰਜਨ ਦੇਵ ਨਾਲ, ਜਾਂ ਉਹਦੇ 'ਤੇ ਲਿਆ ਕੇ ਫੌਜਾਂ ਚੜ੍ਹਾਉਂਦੇ ਹਾਂ, ਤੇ ਇਹਦੇ ਵਿੱਚ ਸਾਡੀ ਵੀ, ਸਾਡੇ ਪਿਤਾ ਦੀ ਵੀ ਨਰਾਦਰੀ।
ਕੀ ਲੋਕ ਆਖਣਗੇ ਵੀ ਤਿੰਨੇ ਭਰਾ ਆਪਸ ਵਿੱਚ ਲੜੀ ਜਾਂਦੇ ਨੇ। ਇਸ ਕਰਕੇ ਆਓ ਥੋੜ੍ਹੇ ਸਮੇਂ ਵਾਸਤੇ ਆਪਾਂ ਜਾਂਦੇ ਹਾਂ। ਜੇ ਤੁਹਾਡੇ ਕੋਲ ਕੋਈ ਭੁੱਲ ਹੋ ਗਈ, ਗਲਤੀ ਹੋ ਗਈ, ਮੈਨੂੰ ਵੀ ਪਤਾ ਲੱਗਿਆ ਲੋਕਾਂ ਦੇ ਕੋਲੋਂ, ਆਪਾਂ ਉੱਥੇ ਬੈਠ ਕੇ ਕੋਈ ਵਿਚਾਰ ਕਰ ਲੈਂਦੇ ਹਾਂ। ਜੇ ਤੁਸੀਂ ਗਲਤ ਹੋ ਤਾਂ ਆਪਾਂ ਮਾफ़ੀ ਮੰਗ ਲੈਂਦੇ ਹਾਂ। ਇਸ ਕਰਕੇ ਹੋਏ ਸਪੂਤ ਕੈਸੇ ਨਹੀਂ ਮਾਨੇ, ਸਮਝ ਵਿਚਾਰੋ ਹਿਰਦੇ ਨ ਸੰਗ। ਆਪਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁੱਤਰ ਹਾਂ। ਲੋਕਾਂ ਵਿੱਚ ਤੁਹਾਡਾ ਸਾਡਾ ਸਾਰਿਆਂ ਦਾ ਨਾਮ ਹੈ। ਸਤਿਗੁਰਾਂ ਦੀ ਜੈ ਜੈਕਾਰ ਵਡਿਆਈਆਂ। ਆ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਉਹ ਚੰਗੀਆਂ ਨਹੀਂ ਲੱਗਦੀਆਂ, ਅਤੇ ਆਪਸ ਵਿੱਚ ਲੜਨਾ। ਫਿਰ ਪਿਤਾ ਗੁਰੂ ਰਾਮਦਾਸ ਜੀ ਅਤੇ ਲੋਕਾਂ ਦੇ ਝਗੜੇ ਮੁਕਾਉਂਦੇ ਸੀ, ਲੋਕਾਂ ਨੂੰ ਸਿੱਖਿਆਵਾਂ ਦਿੰਦੇ ਸਨ। ਚਲੋ ਆਓ ਮੇਰੇ ਨਾਲ ਚੱਲੋ। ਹੁਣ ਦਿੱਲੀ ਨਹੀਂ ਆਪਾਂ ਜਾਣਾ, ਮੇਰੇ ਨਾਲ ਗੁਰੂ ਪਾਤਸ਼ਾਹ ਦੇ ਕੋਲ ਚੱਲਦੇ। ਆਪਣਾ ਨਾਲੇ ਭਰਾ ਹੈ, ਕਿਸੇ ਕੋਲ ਵਾਧਾ ਘਾਟਾ ਹੋ ਸਕਦਾ, ਗਲਤੀ ਹੋ ਸਕਦੀ, ਭੁੱਲ ਮੰਨ ਲੈਣੀ, ਕੋਈ ਮਾੜੀ ਗੱਲ ਥੋੜ੍ਹਾ। ਆਓ ਆਪਾਂ ਜਾ ਕੇ ਉਹਨਾਂ ਦੇ ਅੱਗੇ ਹੱਥ ਜੋੜਦੇ ਹਾਂ। ਨਾਲੇ ਉੱਥੇ ਬਹੁਤ ਸਾਰੀਆਂ ਸਿੱਖ ਸੰਗਤਾਂ ਹੋਣਗੀਆਂ, ਤੁਹਾਡੀ ਸਾਡੀ ਸਾਰਿਆਂ ਦੀ ਬਣੀ ਰਹੇਗੀ। ਨਾਹੇ ਤਾਂ ਸਭ ਜਗ ਹਾਸੀ ਕਰੇ, ਸਾਰੀ ਦੁਨੀਆ ਹੱਸੇਗੀ ਸਾਡੇ 'ਤੇ, ਮਖੌਲ ਕਰਿਆ ਕਰੇ। ਨਾਲੇ ਅਪ ਜਸ ਹੋਏਗਾ, ਵਡਿਆਈ ਥੋੜ੍ਹਾ ਹੋਣੀ ਹੈ। ਲੋਕ ਮਖੌਲ ਕਰਿਆ ਕਰਨਗੇ। ਬਾਬਾ ਮਹਾਦੇਵ ਨੇ ਬੜੇ ਸੋਹਣੇ ਬਚਨ ਅੱਗੇ ਕਹਿਣ ਲੱਗੇ, ਪ੍ਰਿਥਵੀ ਚੰਦ ਭਰਾਤਾ ਜੀ, ਆਹ ਜਿਹੜੀ ਮਾਇਆ ਨੇ ਸੱਚ ਕਰਕੇ ਜਾਣੀ, ਇਹ ਝਗੜੇ ਦਾ ਮੁੱਢ ਹੈ। ਜਿਸ ਮਾਇਆ ਕਰਕੇ, ਸੰਪत्ति ਕਰਕੇ ਤੁਸੀਂ ਸਾਰਾ ਉਪਦਰਵ ਜਿਹੜਾ ਖੜਾ ਕੀਤਾ ਹੋਇਆ। ਅਰਜਨ ਦੇਵ ਦੇ ਪੁੱਤ ਨੂੰ, ਭਾਵ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਰਵਾਉਣ ਵਾਸਤੇ ਤੁਸੀਂ ਜਿਹੜੇ ਉਪਰਾਲੇ ਕੀਤੇ ਹਨ। ਇਹਦੇ ਸੱਚ ਹੈ ਪ੍ਰਿਥਵੀ ਚੰਦ ਵੀ ਬੰਦਾ ਆਪਣੇ ਧੀਆਂ ਪੁੱਤਰਾਂ ਵਾਸਤੇ ਕੀ ਕੁਝ ਨਹੀਂ ਕਰਦਾ, ਅਤੇ ਕਿੰਨੇ ਗਲਤ ਕੰਮ ਕਰਦਾ ਹੈ ਘਰ ਵਾਲੀ ਵਾਸਤੇ, ਪੁੱਤਰਾਂ ਧੀਆਂ ਵਾਸਤੇ, ਆਪਣੇ ਵਾਸਤੇ, ਵੀ ਮੈਂ ਦੂਜਿਆਂ ਦਾ ਧਨ ਲੈਵਾਂ, ਦੂਜਿਆਂ ਦਾ ਹੱਕ ਮਾਰ ਲਵਾਂ, ਝਗੜੇ ਬੜਾ ਕੁਝ ਕਰਦਾ। ਪਰ ਭਰਾ ਜੀ, ਇਹ ਜਿਹੜੀ ਮਾਇਆ, ਇਹ ਧਨ ਸੰਪत्ति ਕਿਸੇ ਦੀ ਬਣੀ ਹੈ? ਸਤਿਨਾਮ ਵਾਹਿਗੁਰੂ। ਇਹੀ ਗੱਲ ਗੁਰੂ ਰਾਮਦਾਸ ਜੀ ਸਮਝਾਉਂਦੇ ਰਹੇ ਬਾਬਾ ਪ੍ਰਿਥਵੀ ਚੰਦ ਨੂੰ। ਉਹਨਾਂ ਦਾ ਪਾਵਨ ਬਚਨ ਵੀ ਹੈ, ਕਾਹੇ ਪੂਤ ਝਗੜਤ ਹਉ ਸੰਗ ਬਾਪ, ਜਿਨ ਕੇ ਜਨੇ ਬੜੀ ਰੇ ਤੁਮ ਹੋ, ਤਿਨ ਸਿਉ ਝਗੜਤ ਪਾਪ, ਜਿਸ ਧਨ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਨਾਲ, ਸੰਗ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ, ਸ਼ਾਰ ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਧ। ਸੋ ਬਾਬਾ ਪ੍ਰਿਥਵੀ ਚੰਦ ਕਹਿ ਰਹੇ ਸੀ, ਮਹਾਦੇਵ ਜੀ, ਪ੍ਰਿਥਵੀ ਚੰਦ ਭਰਾਤਾ ਜੀ, ਇਹ ਲੜਾਈ ਦਾ ਮੁੱਢ ਹੈ ਸੰਪत्ति, ਧਨ ਮਾਇਆ, ਅਤੇ ਬੰਦੇ ਨੂੰ ਭਰਮਾ ਦਿੰਦੀ ਹੈ, ਪਤਾ ਨਹੀਂ ਕੀ ਕੀ ਕੁਝ ਕਰਵਾ ਦਿੰਦੀ ਹੈ। ਇਸ ਕਰਕੇ ਇਸ ਧਨ ਸੰਪत्ति ਦਾ ਜਿਹੜਾ ਸਨੇਹ ਹੈ ਨਾ, ਉਹ ਮਿਥਿਆ, ਝੂਠ ਹੈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਸੁਖਮਣੀ ਬਾਣੀ ਵਿੱਚ ਮਿਥਿਆ ਲਿਖਿਆ, ਆਸਾ ਕੀ ਵਾਰ ਵਿੱਚ ਉਹਨੂੰ ਹੀ ਕੂੜ ਲਿਖਿਆ, ਜਿਹਨੂੰ ਆਪਾਂ ਨਾਸ਼ ਮੰਤਰ ਕਹਿੰਦੇ ਹਾਂ, ਸਦਾ ਨਹੀਂ ਰਹਿਣ ਵਾਲੀ।
ਸੋ ਬਾਬਾ ਮਹਾਦੇਵ ਜੀ ਕਹਿੰਦੇ ਵੀ ਲੜਾਈ ਦਾ ਝਗੜੇ ਦਾ ਮੁੱਢ ਇਹੀ ਹੈ ਭਰਾਵਾਂ ਭਰਾਵਾਂ ਦੇ ਵਿੱਚ। ਇਹ ਲੜਾਉਂਦੀ ਹੈ, ਇਹ ਆਪਣੇ ਵੱਲ ਭਰਮਾਉਂਦੀ ਹੈ ਬੰਦੇ ਨੂੰ, ਪਰ ਅਖੀਰ ਨੂੰ ਇਹ ਸਾਥ ਥੋੜ੍ਹਾ ਦਿੰਦੀ ਹੈ। ਤੇ ਨਾ ਕਿਸੇ ਦੀ ਬਣੀ ਹੈ ਤੇ ਨਾ ਬਣਨੀ ਹੈ, ਪਰ ਸਾਰਿਆਂ ਨੂੰ ਇਹ ਭਟਕਾ ਭਟਕਾ ਕੇ ਰੱਖਦੀ ਹੈ ਪਰਮਾਸ਼ੜ ਨੂੰ। ਲੜਾਉਂਦੀ ਰਹਿੰਦੀ ਆਪਸ ਵਿੱਚ, ਪਰ ਸਾਥ ਇਹ ਕਿਸੇ ਦਾ ਦਿੰਦੀ ਨਹੀਂ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੇ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ, ਜਗ ਖਾਇਆ ਮਨ ਮੁਖ ਖਾਧੇ ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤ ਲਾਇਆ। ਵਿਣ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਉਠੋ ਵੀਰ ਜੀ, ਆਓ ਮੇਰੇ ਨਾਲ ਚੱਲੋ। ਮੈਨੂੰ ਪਤਾ ਲੱਗ ਗਿਆ ਵੀ ਤੁਹਾਡੇ 'ਤੇ ਮਾਇਆ ਦਾ ਅਸਰ ਹੋ ਗਿਆ। ਤੁਸੀਂ ਗਲਤ ਬੋਲ ਵੀ ਕੀਤੇ, ਤੁਸੀਂ ਗਲਤ ਕੰਮ ਵੀ ਕੀਤੇ। ਨਵਾਂ ਹੀ ਤੁਸੀਂ ਮਨ ਦੇ ਵਿੱਚ ਵਿਚਾਰ ਬਣਾ ਲਿਆ ਵੀ ਮੈਂ ਹੁਣ ਦਿੱਲੀ ਜਾਣਾ ਹੈ। ਇਹ ਵੀ ਇਸ ਮਾਇਆ ਦਾ ਕਰਕੇ ਹੈ। ਇਸ ਕਰਕੇ ਮੇਰੇ ਨਾਲ ਚਲੋ ਤੇ ਆਪਣੇ ਛੋਟੇ ਭਰਾ ਨੂੰ ਜਾ ਕੇ ਮਿਲਦੇ ਹਾਂ, ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ, ਤੇ ਆਪਾਂ ਸਾਰੇ ਪਰਿਵਾਰ ਪਿਆਰ ਵਿੱਚ ਰਹੀਏ। ਪਰਮਾਤਮਾ ਨੇ ਸਾਨੂੰ ਕੀ ਨਹੀਂ ਦਿੱਤਾ? ਸਾਡੇ ਵਡੇਰੇ ਜਾਂ ਗੁਰੂ ਸਾਹਿਬਾਨ ਕੀ ਲੈ ਗਏ? ਸਾਰਾ ਕੁਝ ਸਾਨੂੰ ਦੇ ਕੇ ਗਏ ਹਨ। ਬਾਕੀ ਜਿਹੜੇ ਤੁਸੀਂ ਪਹਿਲਾਂ ਗਲਤ ਕੰਮ ਕੀਤੇ ਜਾਂ ਬੋਲ ਕਬੋਲ ਤੁਹਾਡੇ ਆਪਸ ਵਿੱਚ ਹੋ ਗਏ ਨੇ, ਆਓ ਆਪਾਂ ਹੱਥ ਜੋੜ ਕੇ ਮਾਫੀ ਮੰਗ ਲੈਂਦੇ, ਸੰਗਤ ਦੇ ਕੋਲੋਂ ਵੀ, ਸਤਿਗੁਰਾਂ ਦੇ ਕੋਲੋਂ ਵੀ। ਨਾਲੇ ਇੱਕ ਤੇ ਗੱਲ ਹੈ, ਇੱਦਾਂ ਗੁਰਮੁਖ ਪਿਆਰਿਓ ਬਾਬਾ ਮਹਾਦੇਵ ਜੀ ਛੋਟੇ ਭਰਾ ਆਪਣੇ ਵੱਡੇ ਭਰਾ ਪ੍ਰਿਥਵੀ ਚੰਦ ਨੂੰ ਕਹਿੰਦੇ ਹਨ, ਨਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਵਾਲੀ ਜੋਤ ਹੈ। ਉਹਨਾਂ ਨੂੰ ਆਪਣਾ ਛੋਟਾ ਭਰਾ ਨਾ ਸਮਝਿਆ ਕਰੋ, ਨਾ ਲੜਿਆ ਕਰੋ, ਝਗੜਾ ਕਰਿਆ ਕਰੋ, ਤੇ ਨਾ ਉਹਨਾਂ ਨਾਲ ਕਪਟ ਫਰੇਬ ਖੇਡਿਆ ਕਰੋ। ਉਹ ਇਕੱਲੇ ਸਾਡੇ ਭਰਾ ਹੀ ਨਹੀਂ, ਉਹ ਸਮੇਂ ਦੇ ਗੁਰੂ ਨੇ, ਮਹਾਨ ਅਵਸਥਾ ਦੇ ਮਾਲਕ ਹਨ। ਹੁਣ ਕਹਿੰਦੇ ਜਦੋਂ ਬਾਬਾ ਮਹਾਦੇਵ ਨੇ ਕਾਫੀ ਸਮਝਾਇਆ, ਜੋ ਆਪਾਂ ਸੁਣਿਆ, ਤੇ ਪ੍ਰਿਥਵੀ ਚੰਦ ਨੂੰ ਇਉਂ ਲੱਗਿਆ ਵੀ ਇਹ ਮੇਰੀ ਗੱਲ ਨਹੀਂ ਕਰਦਾ, ਛੋਟੇ ਦੀ ਗੱਲ ਕਰਦਾ ਹੈ। ਸਤਿਨਾਮ ਵਾਹਿਗੁਰੂ। ਇਹ ਇਕੱਲਾ ਬਾਬਾ ਪ੍ਰਿਥਵੀ ਚੰਦ ਦੇ ਮਨ ਦੇ ਵਿੱਚ ਨਹੀਂ, ਸਾਡੇ ਸਾਰਿਆਂ ਦੇ ਮਨ ਵਿੱਚ ਹੁੰਦਾ। ਕਈ ਵਾਰ ਕੋਈ ਬੰਦਾ ਸਾਨੂੰ ਘਰ ਵਿੱਚ ਸਮਝਾਉਣ ਵਾਸਤੇ ਵੀ ਆਵੇ ਨਾ, ਪੰਚਾਇਤ ਆ ਜਾਵੇ ਜਾਂ ਕੋਈ ਆਂਢ ਗੁਆਂਢ, ਭੈਣ ਭਰਾ, ਰਿਸ਼ਤੇਦਾਰ, ਜਾਂ ਸਾਡਾ ਆਪਣੇ ਪਰਿਵਾਰ ਦਾ ਮੈਂਬਰ ਹੋਵੇ, ਹਰੇਕ ਮਨੁੱਖ ਨੂੰ ਲੱਗਦਾ ਵੀ ਇਹ ਮੇਰੀ ਗੱਲ ਨਹੀਂ ਕਰਦਾ, ਉਹ ਉਹਦੀ ਗੱਲ ਕਰਦਾ, ਵੀ ਮੈਨੂੰ ਝੁਕਾਉਣਾ ਚਾਹੁੰਦਾ, ਮੈਨੂੰ ਨੀਵਾਂ ਦਿਖਾਉਣਾ ਚਾਹੁੰਦਾ। ਚਲੋ ਅਗਲਾ ਬੰਦਾ ਨਾ ਸਮਝੇ, ਪਰਿਵਾਰ ਦਾ ਕਈ ਵਾਰ ਮੈਂਬਰ ਕਹਿ ਦਿੰਦਾ ਵੀ ਤੈਨੂੰ ਉਹ ਨਿਵਾਉਣਾ ਚਾਹੁੰਦਾ, ਇਹਨੇ ਉਹਨਾਂ ਦੇ ਘਰ ਲੈ ਜਾਣਾ ਹੈ ਤੇ ਤੈਨੂੰ ਮਾਫੀ ਦਵਾ ਦੇਣੀ, ਸਤਿਨਾਮ ਵਾਹਿਗੁਰੂ, ਤੇ ਤੂੰ ਇਹਦੇ ਨਾਲ ਨਾ ਜਾਈਂ। ਉਹ ਸਾਡੇ ਘਰ ਆਵੇ। ਇੱਦਾਂ ਗੁਰਮੁਖ ਪਿਆਰਿਓ ਬਣਿਆ ਬਣਿਆ ਕੰਮ ਕਈ ਵਾਰ ਫਿਰ ਉੱਥੇ ਦਾ ਉੱਥੇ ਰਹਿ ਜਾਂਦਾ। ਇਹਨੂੰ ਕਹਿੰਦੇ ਜੀ ਪਰਨਾਲਾ ਉੱਥੇ ਦਾ ਉੱਥੇ, ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦੇ ਉੱਥੇ। ਕਈਆਂ ਨਗਰਾਂ ਦੇ ਵਿੱਚ ਗੁਰਮੁਖ ਪਿਆਰਿਓ ਕੀ ਹੈ ਵੀ ਪੋਤਰਿਆਂ ਤੋਂ ਲੈ ਕੇ ਦਾਦਿਆਂ ਤੱਕ, ਭਾਵ
ਪੀੜ੍ਹੀ ਦਰ ਪੀੜ੍ਹੀ ਝਗੜਾ ਚੱਲਦਾ ਆ ਰਿਹਾ। ਪੰਚਾਇਤਾਂ ਜਾਂਦੀਆਂ, ਰਿਸ਼ਤੇਦਾਰ ਭੈਣ ਭਰਾ ਇਕੱਠੇ ਹੁੰਦੇ ਆ, ਪਰ ਝਗੜਾ ਅਜੇ ਤੱਕ ਨਹੀਂ ਮੁੱਕਾ। ਮੈਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਕਹਿ ਰਿਹਾ, ਕਈ ਕੁਝ ਹੋ ਗਿਆ, ਕਿੰਨੇ ਘਰ ਉਜੜ ਗਏ, ਕਈ ਕੁਝ ਹੋ ਗਿਆ। ਪਰ ਇਹ ਹੈ ਵੀ ਮੈਂ ਕਿਉਂ ਝੁਕਾਂ, ਅਗਲਾ ਝੁਕੇ। ਇਹੀ ਆਮ ਘਰਾਂ ਦੇ ਵਿੱਚ ਚੱਲੀ ਜਾਂਦਾ। ਨੂੰਹ ਸੱਸ ਵੱਲ ਵੇਖੀ ਜਾਂਦੀ ਦੂਰੋਂ ਦੂਰੋਂ, ਭਾਈ ਭਾਈ ਵੱਲ ਵੇਖੀ ਜਾਂਦਾ, ਇੱਕੇ ਘਰ ਵਿੱਚ ਰਹਿੰਦੇ ਹੈ। ਪਰ ਇਹ ਹੈ ਵੀ ਮੇਰਾ ਉੱਚਾ ਸਾਂ, ਮੈਂ ਵੱਡਾ, ਮੈਂ ਉਹਦੇ ਅੱਗੇ ਕਿਉਂ ਝੁਕਾਂ, ਉਹ ਝੁਕੇ। ਬਸ ਇੰਨੀ ਗੱਲ ਵਿੱਚ ਸਮਾਂ ਕਿੰਨਾ ਕਿੰਨਾ ਲੰਘ ਗਿਆ, ਕਿੰਨਾ ਕਿੰਨਾ ਪੈਸਾ ਬਰਬਾਦ ਹੋ ਗਿਆ, ਕਿੰਨਾ ਕਿੰਨਾ ਸਮਾਂ ਬਰਬਾਦ ਹੋ ਗਿਆ। ਅਤੇ ਗੁਰਮੁਖ ਪਿਆਰਿਓ, ਅੰਗਰੇਜ਼ਾਂ ਨੇ ਐਵੇਂ ਨਹੀਂ ਲਿਖ ਦਿੱਤਾ ਟਾਈਮ ਇਜ਼ ਮਨੀ। ਅਸੀਂ ਦੋਨੋਂ ਚੀਜ਼ਾਂ ਖਰਾਬ ਕਰੀ ਜਾਂਦੇ। ਸਮਾਂ ਵੀ ਕੀਮਤੀ ਹੁੰਦਾ ਅਤੇ ਪੈਸਾ ਵੀ ਕੀਮਤੀ। ਉੱਦਾਂ ਅਸੀਂ ਸਰਕਾਰਾਂ ਨੂੰ ਕਈ ਵਾਰ ਕਈਆਂ ਲੋਕਾਂ ਨੂੰ ਦੋਸ਼ ਦੇ ਦਿੰਦੇ, ਪਰ ਖਿਮਾ ਕਰੋ, ਅਸੀਂ ਟਾਈਮ ਨਹੀਂ ਬਰਬਾਦ ਕਰਦੇ, ਅਸੀਂ ਪੈਸਾ ਨਹੀਂ ਬਰਬਾਦ ਕਰਦੇ। ਫਿਰ ਕਈ ਵਾਰ ਕਹਿ ਦਿੰਦੇ ਵੀ ਸਾਡੇ ਦੇਸ਼ ਦਾ ਕੁਝ ਨਹੀਂ ਬਣਨਾ। ਪਰ ਸਿਆਣੇ ਤੇ ਇਹ ਗੱਲ ਕਹਿੰਦੇ ਨੇ ਵੀ ਇੱਕ ਇੱਕ ਬੂੰਦ ਤੋਂ ਹੀ ਤਲਾਬ ਭਰਦਾ ਨਾ। ਜਿਹੜਾ ਅਸੀਂ ਪੈਸੇ ਦਾ ਨੁਕਸਾਨ ਕਰਦੇ ਹਾਂ ਵਿਆਹਾਂ ਸ਼ਾਦੀਆਂ ਵਿੱਚ, ਲੜਾਈਆਂ ਝਗੜਿਆਂ ਵਿੱਚ, ਕੀ ਉਹ ਦੇਸ਼ ਦੀ ਜਾਂ ਸਾਡੇ ਸੰਪੱਤੀ ਦੇ ਵਿੱਚ ਨਹੀਂ ਆਉਂਦਾ? ਉਹ ਨਾ ਸਮਾਂ ਸੰਪੱਤੀ ਵਿੱਚ ਆਉਂਦਾ ਹੈ, ਕੀ ਨਾ ਉਹ ਮਾਇਆ ਸੰਪੱਤੀ ਵਿੱਚ ਆਉਂਦੀ। ਆਖਰ ਨੂੰ ਅਸੀਂ ਵੀ ਤਾਂ ਕਿੰਨਾ ਨੁਕਸਾਨ ਕਰ ਦਿੰਦੇ। ਸੋ ਇਹ ਸੋਚਣ ਵਾਲੀਆਂ ਗੱਲਾਂ ਨੇ। ਇੱਕ ਘਰ ਤੋਂ ਹੀ ਪ੍ਰਾਰੰਭ ਹੋ ਜਾਂਦਾ ਹੈ। ਬਾਬਾ ਪ੍ਰਿਥਵੀ ਚੰਦ ਨੂੰ ਇਉਂ ਜਾਪਿਆ ਵੀ ਮਹਾਦੇਵ ਅਰਜਨ ਦੀ ਗੱਲ ਕਰਦਾ, ਉਹਦੇ ਪੱਖ ਦੀ ਗੱਲ ਕਰਦਾ। ਪਰ ਬਾਬਾ ਮਹਾਦੇਵ ਚਾਹੁੰਦਾ ਸੀ ਵੀ ਸਾਡੇ ਭਰਾਵਾਂ ਵਿੱਚ ਝਗੜਾ ਹੀ ਨਾ ਹੋਵੇ, ਅਤੇ ਆਪਾਂ ਇਹਨੂੰ ਇੱਥੇ ਸਮੇਟ ਲਈਏ। ਆਪਾਂ ਏਡੀ ਦੂਰ ਜਾਣ ਦੀ ਕੀ ਲੋੜ ਹੈ? ਬਹੁਤ ਲੋਕ ਘੱਟ ਸਿਆਣੇ ਨੇ ਘਰਾਂ ਦੇ ਵਿੱਚ ਹੁਣ ਰਹਿ ਗਏ, ਜਿਹੜੇ ਚਾਹੁੰਦੇ ਨੇ ਵੀ ਘਰ ਬਹਿ ਕੇ ਆਪਾਂ ਗੱਲਬਾਤ ਕਰ ਲਈ। ਆਪਾਂ ਥਾਣੇ ਕੀ ਲੈਣ ਜਾਣਾ, ਆਪਾਂ ਪੰਚਾਇਤ ਦੇ ਵਿੱਚ ਪਰੇ ਦੇ ਵਿੱਚ ਕੀ ਲੈਣ ਜਾਣਾ, ਜਾ ਕੇ ਕਚਹਿਰੀਆਂ ਵਿੱਚ ਕੀ ਆਪਾਂ ਜਾ ਕੇ ਰੋਲਣਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਧੀ ਦਾ ਜਦੋਂ ਡੋਲਾ ਤੋੜਿਆ ਸੀ, ਬੀਬੀ ਵੀਰੋ ਇੱਕੋ ਇੱਕ ਉਹਨਾਂ ਦੀ ਸਪੁੱਤਰੀ ਸੀ, ਉਹਨਾਂ ਨੇ ਸਿੱਖਿਆ ਦਿੱਤੀ ਸੀ, ਕੁੱਲ ਕੀ ਬਾਤ ਸੋ ਚਿੱਤ ਮੈਂ ਧਰਨੀ, ਖੋਟੀ ਸੰਗਤ ਨਹੀਂ ਸੋ ਕਰਨੀ। ਆਖਿਆ ਸੀ ਧੀਏ ਬੀਬੀ ਵੀਰੋ, ਆਪਣੇ ਪਰਿਵਾਰ ਦੀ ਗੱਲ ਨੂੰ ਆਪਣੇ ਚਿੱਤ ਵਿੱਚ ਰੱਖਣਾ ਅਤੇ ਮਾੜਿਆਂ ਦੀ ਸੰਗਤ ਨਹੀਂ ਬਹਿਣਾ। ਇਹ ਸਿੱਖਿਆ ਦਿੱਤੀ ਸੀ ਜੀ ਆਪਣੀ ਧੀ ਨੂੰ ਸਤਿਗੁਰਾਂ। ਹੋਰ ਵੀ ਬੜੇ ਬਚਨ ਨੇ ਵੀ ਆਪਣੇ ਪਰਿਵਾਰ ਦੀ ਗੱਲ ਬਾਹਰ ਨਹੀਂ ਕਰਨੀ। ਇਹੀ ਬਾਬਾ ਮਹਾਦੇਵ ਜੀ ਸਮਝਾ ਰਹੇ ਸੀ, ਆਪਣੇ ਭਰਾਵਾਂ ਦਾ ਝਗੜਾ ਕੋਈ ਨਹੀਂ। ਅਤੇ ਗੁਰਮੁਖ ਪਿਆਰਿਓ, ਉਹੀ ਛੋਟੇ ਹੁੰਦੇ ਭਰਾ ਕੀ ਕੁਝ ਨਹੀਂ ਕਰਦੇ, ਕੁਝ ਨਹੀਂ, ਲੜਦੇ ਵੀ ਹੈ, ਝਗੜਦੇ ਵੀ ਹੈ, ਇੱਕ ਦੂਜੇ ਨੂੰ ਮਾਰਦੇ ਵੀ, ਕੁੱਟਦੇ ਵੀ, ਸ਼ਾਮਾਂ ਨੂੰ ਫਿਰ ਇਕੱਠੇ ਹੋ ਜਾਂਦੇ। ਹੁਣ ਕਮਾਲ ਦੀ ਗੱਲ ਹੈ, ਛੋਟੇ ਸਨ ਅਤੇ ਲੜਦੇ ਝਗੜਦੇ ਸ਼ਾਮਾਂ ਨੂੰ ਫਿਰ ਇਕੱਠੇ ਹੋ ਜਾਂਦੇ ਸੀ। ਹੁਣ ਜਿਵੇਂ ਜਿਵੇਂ ਵੱਡੇ ਹੋ ਗਏ, ਆਪਾਂ ਕਹਿੰਦੇ ਜੀ ਸਿਆਣਾ ਹੋ ਗਿਆ। ਸਿਆਣਾ ਕਾਹਦਾ ਹੋ ਗਿਆ? ਹੁਣ ਭਰਾਓ ਇਕੱਠੇ ਹੋ ਕੇ ਬਹਿੰਦੇ ਜੀ, ਆਪ ਸਤਨਾਮ ਵਾਹਿਗੁਰੂ। ਛੋਟੇ ਫਿਰ ਚੰਗੇ ਨਹੀਂ ਸੀ ਸਗੋਂ, ਵੀ ਲੜਦੇ ਝਗੜਦੇ ਸੀ, ਦੁਪਹਿਰੇ ਸ਼ਾਮਾਂ ਨੂੰ ਫਿਰ ਇੱਕ ਥਾਲੀ ਵਿੱਚ ਖਾ ਲੈਂਦੇ ਸੀ। ਹੁਣ ਜਿਵੇਂ ਜਿਵੇਂ ਵੱਡੇ ਹੋ ਗਏ, ਘਰ ਵੱਖਰੇ ਬਣ ਗਏ, ਹੁਣ ਇਕੱਠੇ ਹੋ ਕੇ ਬਹਿੰਦੇ। ਫਿਰ ਆਪਾਂ ਕੀ ਸਿਆਣੇ ਕਹਾਂਗੇ? ਸਗੋਂ ਇਆਣੇ ਹੋ ਗਏ, ਨਿਆਣੇ ਹੋ ਗਏ। ਨਿਆਣੇ ਵਾਂਗੂ ਜਿੱਦਾਂ ਕਰਨ ਲੱਗ ਪਏ ਵੀ ਮੈਂ ਉਹਦੇ ਘਰ ਕਿਉਂ ਜਾਵਾਂ, ਉਹ ਮੇਰੇ ਘਰ ਆਵੇ। ਉਲਟ ਹੋ ਗਿਆ ਨਾ ਸਭ। ਆਓ ਗੁਰਮੁਖ ਪਿਆਰਿਓ, ਬਾਬਾ ਮਹਾਦੇਵ ਜੀ ਕਹਿੰਦੇ ਵੀ ਮੈਂ ਤੈਨੂੰ ਨਾਲ ਲੈ ਕੇ ਜਾਵਾਂ। ਪ੍ਰਿਥਵੀ ਚੰਦ ਭਰਮਾਉਂਦਾ ਹੈ ਮਹਾਦੇਵ ਨੂੰ, ਕਹਿੰਦਾ ਵੀ ਨਹੀਂ ਮਹਾਦੇਵ, ਇੱਕ ਮੈਂ ਤੈਨੂੰ ਤੇ ਤੇਰੇ ਭਲੇ ਦੀ ਵੀ ਗੱਲ ਕਹਿਣ ਲੱਗਾ ਹਾਂ। ਸਾਰੇ ਆਖੋ ਸਤਨਾਮ ਵਾਹਿਗੁਰੂ। ਪ੍ਰਿਥਵੀ ਚੰਦ ਕਹਿੰਦਾ ਵੀ ਮੈਂ ਤੇਰੇ ਨਾਲ ਨਹੀਂ ਜਾਣਾ, ਛੋਟੇ ਦੇ ਅੱਗੇ ਹੱਥ ਜੋੜਾਂ, ਜਾ ਕੇ ਮੱਥਾ ਟੇਕਾਂ ਵੀ ਮੈਨੂੰ ਮਾਫ਼ ਕਰ ਦੇ। ਮੈਂ ਤੇਰੇ ਭਲੇ ਵਾਸਤੇ ਮਹਾਦੇਵ ਇੱਕ ਗੱਲ ਕਹਿਣਾ ਵੀ ਤੂੰ ਮੇਰੇ ਨਾਲ ਦਿੱਲੀ ਚੱਲ, ਮੈਂ ਤੇਰੇ ਨਾਲ ਨਹੀਂ ਜਾਣਾ।
ਸਗੋਂ ਤੂੰ ਮੇਰੇ ਨਾਲ ਦਿੱਲੀ ਚੱਲ। ਸਭ ਕੋਈ ਪੂਜੈ ਤਵ ਚਰਨਨ, ਅਨ ਗਨ ਤਨ ਹਰ ਤੇ ਜਨ ਆਨ। ਜੇ ਤੂੰ ਮੇਰੇ ਨਾਲ ਚੱਲੇਗਾ ਤਾਂ ਦਿੱਲੀ ਮਹਾਦੇਵ, ਤੇ ਤੇਰੇ ਅੱਗੇ ਲੋਕ ਧਨ ਵੀ ਰੱਖਣਗੇ, ਸੰਪਤੀ, ਵਸਤਰ, ਬੜਾ ਕੁਝ ਤੈਨੂੰ ਪੂਜਣ ਲੱਗ ਪੈਣਗੇ। ਪਤਾ ਲੱਗੇਗਾ ਵੀ ਗੁਰੂ ਰਾਮਦਾਸ ਜੀ ਦੇ ਪੁੱਤਰ ਆਏ ਹਨ। ਹਮ ਦੋਨੋਂ ਪਰਾਗ ਸਨ ਪਾਸੁਕ ਪਾਵੇ, ਵੈਨਿਕਾ ਕੀ ਹੋਵੈ ਹਾਨ। ਅਰਜਨ ਦੇਵ ਨੂੰ ਇੱਥੇ ਰਹਿਣ ਦੇ, ਆਪਾਂ ਦੋਨੋਂ ਜਾਂਦੇ ਦਿੱਲੀ। ਉੱਥੇ ਤੇ ਦੋਵੇਂ ਭਰਾ ਇਕੱਠੇ ਰਵਾਂਗੇ, ਮੌਜਾਂ ਮਾਰਾਂਗੇ, ਆਨੰਦ ਲਵਾਂਗੇ, ਬਹੁਤ ਸਤਿਕਾਰ ਹੋਏਗਾ। ਅੱਗੇ ਉਹ ਮਹਾਦੇਵ ਕਹਿਣ ਲੱਗਾ, ਪ੍ਰਿਥਵੀ ਚੰਦ, ਮੈਂ ਤੈਨੂੰ ਕਹਿ ਰਿਹਾ ਵੀ ਆਪਾਂ ਅਰਜਨ ਦੇਵ ਦੇ ਕੋਲ ਚੱਲੀਏ। ਤੂੰ ਮੈਨੂੰ ਕਹਿੰਦਾ ਵੀ ਮੈਂ ਤੈਨੂੰ ਦਿੱਲੀ ਲੈ ਜਾਣਾ, ਉੱਥੇ ਤੈਨੂੰ ਗੁਰੂ ਬਣਾ ਦੇਣਾ, ਤੇਰੀ ਪੂਜਾ ਕਰਾਉਣੀ, ਤੇਰਾ ਸਤਿਕਾਰ ਕਰਾਉਣਾ। ਤੂੰ ਮੇਰਾ ਵੱਡਾ ਭਰਾ ਹੈ, ਪ੍ਰਿਥਵੀ ਚੰਦ ਹੈ, ਸਿਆਣਾ ਹੈ, ਤੈਨੂੰ ਪਤਾ ਹੈ ਇੱਦਾਂ ਕਿਤੇ ਗੁਰੂ ਬਣ ਜਾਂਦੇ ਆ। ਆਪਣੇ ਪਿਤਾ ਜੀ ਸਾਰੀ ਸੰਗਤ ਦੇ ਵਿੱਚ ਛੋਟੇ ਨੂੰ ਹੀ ਅਰਜਨ ਦੇਵ ਨੂੰ ਗੁਰੂ ਥਾਪ ਗਏ ਹਨ। ਪਿਤਾ ਪ੍ਰਸੰਨ ਨਾਮ ਬਟੋ, ਮੈਂ ਬੈਠਿਓ ਹੈ ਸੋਏ। ਜੇ ਮੈਂ ਗੁਰੂ ਬਣਨਾ ਹੁੰਦਾ ਜਾਂ ਬਣਾਉਣਾ ਹੁੰਦਾ ਤੇ ਗੁਰੂ ਰਾਮਦਾਸ ਪਿਤਾ ਜੀ ਨੇ ਮੈਨੂੰ ਪਹਿਲੋਂ ਬਣਾ ਦੇਣਾ ਸੀ, ਤੈਨੂੰ ਬਣਾ ਦੇਣਾ ਸੀ। ਬਾਕੀ ਜਿਵੇਂ ਉਹਨਾਂ ਨੂੰ ਪਤਾ ਲੱਗਿਆ, ਜਾਣਦੇ ਸੀ, ਯੋਗ ਸੀ, ਉਹਨਾਂ ਨੇ ਛੋਟੇ ਨੂੰ ਬਣਾ ਦਿੱਤਾ ਹੈ। ਪ੍ਰਿਥਵੀ ਚੰਦ ਕਹਿੰਦਾ, ਭਰਾਵਾ ਤੂੰ ਸਮਝਦਾ ਕਿਉਂ ਨਹੀਂ? ਤੂੰ ਮੇਰੇ ਨਾਲ ਦਿੱਲੀ ਚੱਲ, ਉੱਥੇ ਸਰਕਾਰ ਆਪਣੀ ਹੈ, ਸਰਕਾਰ ਦੇ ਨਾਲ ਆਪਣਾ ਬਹਿਣ ਖਲੋਣਾ। ਮੈਂ ਤੈਨੂੰ ਉੱਥੇ ਦਿੱਲੀ ਗੁਰੂ ਬਣਵਾ ਦੇਣਾ ਹੈ, ਸਰਕਾਰ ਨੂੰ ਕਹਿ ਕੇ, ਸਮੇਂ ਦੇ ਬਾਦਸ਼ਾਹ ਨੂੰ ਕਹਿ ਕੇ। ਅਰਜਨ ਦੇਵ ਨੂੰ ਤੇ ਆਪਾਂ ਫੜ ਕੇ ਲੈ ਜਾਣਾ ਉੱਥੇ, ਇਹਦੇ ਕੋਲ ਗੁਰਤਾ ਗੱਦੀ ਖੋਹ ਲੈਣੀ ਹੈ, ਅਸਲ ਵਿੱਚ ਤੈਨੂੰ ਬਣਾ ਦੇਣਾ ਹੈ। ਮੈਂ ਜਹਾਂਗੀਰ ਨੂੰ ਮਿਲ ਕੇ ਕਹਿ ਦੇਣਾ ਹੈ ਕਿ ਸਾਡਾ ਨਿਆਂ ਕਰੋ ਜੀ। ਮੈਂ ਵੀ ਵੱਡਾ ਵਾਂ, ਮਹਾਦੇਵ ਵੀ ਵੱਡਾ ਹੈ, ਪਰ ਸਾਡੇ ਨਾਲ ਧੱਕਾ ਹੋਇਆ ਜੀ। ਬਿਲਕੁਲ ਸਾਨੂੰ ਦੋਨਾਂ ਵੱਡਿਆਂ ਨੂੰ ਛੱਡ ਕੇ ਤੇ ਛੋਟੇ ਨੂੰ ਗੁਰਤਾ ਗੱਦੀ ਦਾ ਮਾਲਕ ਬਣਾ ਛੱਡਿਆ। ਸਮਾਜ ਦੇ ਵਿੱਚ ਵੱਡੇ ਪੁੱਤ ਦਾ ਹੀ ਅਧਿਕਾਰ ਹੁੰਦਾ। ਮੈਂ ਵੀ ਵੱਡਾ, ਮਹਾਦੇਵ ਵੀ ਵੱਡਾ। ਸਾਨੂੰ ਪਿਤਾ ਨੇ ਛੱਡ ਕੇ ਅਰਜਨ ਦੇਵ ਨੂੰ ਬਣਾ ਲਿਆ ਹੈ। ਆਪਾਂ ਬਾਦਸ਼ਾਹ ਨੂੰ ਕਹਿ ਦੇਣਾ ਵੀ ਸਾਡਾ ਹੱਕ ਸੀ ਜੀ, ਪਿਤਾ ਗੁਰੂ ਰਾਮਦਾਸ ਜੀ ਨੂੰ ਛੋਟੇ ਨੇ ਭਰਮਾ ਲਿਆ, ਸਾਡੇ ਤੇ ਉਹ ਭਾਰੀ ਪੈ ਗਿਆ। ਬਲਕਾਰ ਸ਼ਬਦ ਵਰਤਿਆ, ਬਲਕਾਰੀ ਹੋ ਗਿਆ। ਸਾਡਾ ਦੋਨਾਂ ਦਾ ਹੱਕ ਸੀ ਤੇ ਮਾਰ ਲਿਆ ਉਹਨੇ। ਜਦੋਂ ਬਾਦਸ਼ਾਹ ਨੂੰ ਆਪਾਂ ਕਵਾਂਗੇ ਆਪੇ ਨਿਆਂ ਕਰੇਗਾ। ਤੇ ਜੇ ਬਾਦਸ਼ਾਹ ਆਖੇਗਾ ਵੀ ਨਹੀਂ ਭਾਈ, ਉਹ ਵੀ ਤੇ ਆਖਣ ਤੁਹਾਡਾ ਭਰਾ ਹੈ। ਜੇ ਬਾਦਸ਼ਾਹ ਆਖੇਗਾ ਵੀ ਉਹ ਵੀ ਤੇ ਗੁਰੂ ਰਾਮਦਾਸ ਦਾ ਪੁੱਤ ਹੈ, ਤੁਸੀਂ ਤਿੰਨ ਭਰਾ ਹੋ, ਉਹਦਾ ਵੀ ਤੇ ਹੱਕ ਬਣਦਾ ਹੈ ਨਾ। ਤੁਸੀਂ ਦੋਨੋਂ ਆ ਗਏ ਮੇਰੇ ਕੋਲ, ਤੇ ਫਿਰ ਅੱਗੇ ਇੱਕ ਮੇਰੇ ਕੋਲ ਹੋਰ ਵਿਚਾਰ ਹੈ ਮਹਾਦੇਵ। ਮੈਂ ਫਿਰ ਬਾਦਸ਼ਾਹ ਨੂੰ ਕਹਿ ਦੇਵਾਂਗਾ ਤੇ ਮੈਂ ਫਿਰ ਬਾਦਸ਼ਾਹ ਨੂੰ ਕਹਿ ਦੇਵਾਂਗਾ ਵੀ ਸਾਨੂੰ ਦੋਨਾਂ ਨੂੰ ਛੱਡ ਦੇ, ਮੈਨੂੰ ਵੀ ਗੁਰਤਾ ਗੱਦੀ ਨਾ ਦਿਓ ਤੇ ਨਾ ਅਰਜਨ ਦੇ ਕੋਲ ਰਹਿਣ ਦਿਓ।
ਮੈਂ ਫਿਰ ਬਾਦਸ਼ਾਹ ਨੂੰ ਕਹਿ ਦੇਵਾਂਗਾ ਕਿ ਮੇਰੇ ਵਿਚਕਾਰਲੇ ਭਰਾ ਨੂੰ ਬਣਾ ਦਿਓ ਮਹਾਦੇਵ ਨੂੰ। ਆਪ ਸਤਨਾਮ ਵਾਹਿਗੁਰੂ, ਕਿ ਸਾਡਾ ਜੇ ਦੋਨਾਂ 'ਚ ਝਗੜਾ ਗੁਰਤਾ ਗੱਦੀ ਤੋਂ, ਇਹਨੂੰ ਬਣਾ ਦਿਓ। ਤਾਂ ਮੈਂ ਤੈਨੂੰ ਕਹਿੰਦਾ ਮਹਾਦੇਵ ਮੇਰੇ ਨਾਲ ਚੱਲ, ਤੈਨੂੰ ਆਪਾਂ ਗੁਰੂ ਬਣਾ ਦੇਣਾ। ਵੇਖਾਂਗੇ ਸਾਧ ਸੰਗਤ, ਬਾਬਾ ਪ੍ਰਿਥਵੀ ਚੰਦ ਵੱਡਾ ਜਿਹੜਾ ਹੈ ਉਹ ਮਹਾਦੇਵ ਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਚੱਲ, ਤੈਨੂੰ ਹੀ ਗੁਰੂ ਬਣਵਾ ਛੱਡਣਾ ਉੱਧਰੋਂ। ਜਿਵੇਂ ਕੋਈ ਸਰਟੀਫਿਕੇਟ ਲੈਣਾ ਹੋਵੇ ਨਾ, ਪ੍ਰਮਾਣ ਪੱਤਰ ਵੀ ਦਵਾ ਦੇਵਾਂਗੇ, ਇੱਦਾਂ ਪ੍ਰਿਥਵੀ ਚੰਦ ਕਹਿ ਰਹੇ ਆ। ਵੇਖਾਂਗੇ ਸਾਧ ਸੰਗਤ ਮਹਾਦੇਵ ਜੀ ਨੇ ਕੀ ਸਮਝਾਇਆ, ਕੀ ਪੜ੍ਹਾਇਆ, ਕੀ ਸਮਝਾਉਣ ਬੁਝਾਉਣ 'ਤੇ ਪ੍ਰਿਥਵੀ ਚੰਦ ਨਾਲ ਗਿਆ ਸਤਿਗੁਰਾਂ ਦੇ ਕੋਲ, ਜਾਂ ਫਿਰ ਪ੍ਰਿਥਵੀ ਚੰਦ ਦੇ ਨਾਲ ਦਿੱਲੀ ਚਲੇ ਗਏ। ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।